Good morning, student. Now, next topic on the basis of motivation topic that are called Marshall Need Hierarchy Theory. Marshall Need Hierarchy Theory is the theory of the motivation, and it's very important theory for the final examination point of view. So here, bete, we can say that motivation is a psychological phenomena, and the need of employee play a very important role in motivation. ਜਦੋਂ ਅਸੀਂ ਮੋਟੀਵੇਸ਼ਨ ਦੀ ਗੱਲ ਕਰਦੇ ਹਾਂ ਤਾਂ ਮੋਟੀਵੇਸ਼ਨ ਦਾ ਮਤਲਬ ਹੁੰਦਾ ਹੈ ਅਸੀਂ ਜਦੋਂ ਇਨਸਪਾਇਰ ਕਰਦੇ ਹਾਂ ਕਿਸੇ ਪੀਪਲ ਨੂੰ ਕਿ ਉਹ ਇਹ ਕੰਮ ਕਰ ਸਕਦਾ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ, ਇਸ ਤੋਂ ਇਲਾਵਾ ਇਹ ਕੋਈ ਕੰਮ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ ਤਾਂ ਉਹ ਮੋਟੀਵੇਟ ਹੁੰਦਾ ਆ। ਓਕੇ, ਸੋ ਮੋਟੀਵੇਸ਼ਨ ਜਿਹੜੀ ਆ ਬੇਟੀ ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਨੀਡ ਆਫ ਇੰਪਲੋਈ। ਜਦੋਂ ਇੰਪਲੋਈ ਦੀਆਂ ਨੀਡਸ ਜਿਹੜੀਆਂ ਆ ਫੁੱਲਫਿਲ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਦੇ ਨਾਲ ਜਿਹੜਾ ਇੰਪਲੋਈ ਆ ਆਟੋਮੈਟਿਕਲੀ ਮੋਟੀਵੇਟ ਹੁੰਦਾ ਰਹਿੰਦਾ ਆ। To understand the need of human being, we must learn Marshall Need Hierarchy Theory. ਸਾਨੂੰ ਨੀਡਸ ਨੂੰ ਪੜ੍ਹਨ ਵਾਸਤੇ ਅੰਡਰਸਟੈਂਡ ਕਰਨ ਵਾਸਤੇ ਕਿ ਹਿਊਮਨ ਦੀਆਂ ਬੇਸਿਕ ਨੀਡਸ ਕਿਹੜੀਆਂ ਹੁੰਦੀਆਂ ਆ ਸਾਨੂੰ ਮਾਰਸ਼ਲ ਨੀਡ ਹਾਇਰਾਰਕੀ ਥਿਓਰੀ ਪੜ੍ਹਨੀ ਪਏਗੀ। ਓਕੇ, ਸੋ ਹੀਅਰ ਦੈਟ ਆਰ ਦ ਇੰਟਰੋਡਕਸ਼ਨ ਆਫ ਮਾਰਸ਼ਲ ਨੀਡ ਹਾਇਰਾਰਕੀ ਥਿਓਰੀ ਆਫ motivation that are written by the Abraham Marshall, a well-known psychologist, in a classic paper published in 1943, outlined the element of an overall theory of motivation। ਇਹਨੇ ਆਪਣੀ motivation ਦੀ theory ਜਿਹੜੀ ਆ 1943 ਦੇ ਵਿੱਚ ਪਬਲਿਸ਼ ਕਰਵਾਈ ਸੀ ਬੇਟੇ। His theory was based on human need, and totally it is based on the human needs that ki human beings ਜਿਹੜੇ ਆ ਉਹ ਕੀ demand ਕਰਦੇ ਨੇ। He felt that within every human being there exists a hierarchy of 5 needs। ਅਤੇ ਉਹਨੇ ਕਿਹਾ ਕਿ ਹਰ ਇੱਕ ਪਰਸਨ ਜਿਹੜਾ ਹੈਗਾ ਆ ਉਹਨੂੰ 5 ਜ਼ਰੂਰਤਾਂ ਜਿਹੜੀਆਂ ਆ ਉਹਦੀਆਂ ਫੁੱਲਫਿਲ ਹੋਣ ਤਾਂ ਉਹ ਮੋਟੀਵੇਟ ਰਹਿੰਦਾ ਆ। ਓਕੇ, ਸੋ ਮਾਰਸ਼ਲ ਨੀਡ ਹਾਇਰਾਰਕੀ ਥਿਓਰੀ ਨੀਡ ਔਰ ਦਾ ਡਿਜ਼ਾਇਰ ਇਜ਼ ਅ ਵੈਰੀ ਇੰਪੋਰਟੈਂਟ ਐਲੀਮੈਂਟ ਇਨ motivation, and because the employee get motivated only for their needs, and if the needs are fulfilled completely then it is not possible to motivate the employee। ਅਗਰ ਬੇਟੇ ਜਿਹੜੇ ਇੰਪਲੋਈਜ਼ ਨੇ ਉਹ ਆਰਗੇਨਾਈਜੇਸ਼ਨ ਦੇ ਵਿੱਚ ਵਰਕ ਕਰਦੇ ਨੇ ਸੋ ਦੈਟ ਕਿ ਉਹਨਾਂ ਦੀਆਂ ਨੀਡਸ ਜਿਹੜੀਆਂ ਆ ਉਹ ਫੁੱਲਫਿਲ ਹੋਣ, ਉਹਨਾਂ ਦਾ ਲਿਵਿੰਗ ਸਟੈਂਡਰਡ ਜਿਹੜਾ ਉਹ ਹਾਈ ਹੋਵੇ, ਉਹਨਾਂ ਦੀਆਂ ਬੇਸਿਕ ਨੀਡਸ ਜਿਹੜੀਆਂ ਆ ਉਹ ਮਤਲਬ ਕੰਪਲੀਟ ਹੁੰਦੀਆਂ ਰਹਿਣ, ਉਹਨਾਂ ਨੂੰ ਉਹਨਾਂ ਦਾ ਫਿਊਚਰ ਸਿਕਿਉਰ ਹੋ ਜੇ। ਅਗਰ ਉਹਨਾਂ ਦੀਆਂ ਇਹ ਸਾਰੀਆਂ ਨੀਡ ਫੁੱਲਫਿਲ ਹੁੰਦੀਆਂ ਨੇ ਤਾਂ ਇੰਪਲੋਈ ਜਿਹੜੇ ਆ ਪੋਸੀਬਲੀ ਮੋਟੀਵੇਟ ਹੋਣਗੇ। ਓਕੇ, ਸੋ ਮਾਰਸ਼ਲ ਇੱਕ ਐਵੇਂ ਦਾ ਸਾਈਕੋਲੋਜਿਸਟ ਹੀ who has given a sequence or hierarchy of need in following ways। Okay, let us start the Marshall need hierarchy theory from the first point, that is a basic physiological need। Basic physiological need means ਨੀਡ ਫਸਟ ਨੀਡ ਹੈ ਬੇਟੇ ਜਿਹਦੇ ਵਿੱਚ ਅਸੀਂ ਇੰਪਲੋਈਜ਼ ਦੀਆਂ ਬੇਸਿਕ ਨੀਡਸ ਨੂੰ ਕੰਪਲੀਟ ਕਰਨਾ ਹੁੰਦਾ ਆ। ਮੀਨਸ ਕਿ ਅਗਰ ਉਹਨਾਂ ਨੂੰ ਫੂਡ, ਵਾਟਰ, ਸ਼ੈਲਟਰ ਦਾ ਕਲੋਥਿੰਗ ਜਿਹੜੀ ਆ ਉਹਨਾਂ ਨੂੰ ਮਿਲਦੀ ਰਹੇ ਤਾਂ ਉਹਨਾਂ ਦੀ ਬੇਸਿਕ ਫਿਜ਼ੀਓਲੋਜੀਕਲ ਨੀਡ ਜਿਹੜੀ ਆ ਉਹ ਕੰਪਲੀਟ ਰਹਿੰਦੀ ਹੈ ਅਤੇ ਆਟੋਮੈਟਿਕਲੀ ਹੀ ਮੋਟੀਵੇਟ ਰਹਿੰਦੇ ਨੇ। ਥੀਜ਼ ਨੀਡ ਆਰ ਮੋਸਟ ਬੇਸਿਕ ਇਨ ਦਾ ਹਾਇਰਾਰਕੀ ਐਂਡ ਰਿਸਪੌਂਸ ਟੂ ਪ੍ਰਾਇਮਰੀ ਨੀਡਸ। ਪ੍ਰਾਇਮਰੀ ਨੀਡ ਮਤਲਬ ਇਹ ਫਸਟ ਨੀਡ ਆ ਹਰ ਇੱਕ ਹਿਊਮਨ ਬੀਇੰਗ ਦੀ ਕਿ ਉਹਨੂੰ ਫੂਡ, ਸ਼ੈਲਟਰ, ਕਲੋਥ ਅਤੇ ਵਾਟਰ ਜਿਹੜਾ ਆ ਉਹ ਮਿਲਣਾ ਚਾਹੀਦਾ ਆ। ਹੰਗਰ ਜਿਹੜੀ ਹੈਗੀ ਹੈ ਤੁਹਾਡੀ ਭੁੱਖ ਆ ਉਹਨੂੰ ਮਿਟਾਉਣ ਵਾਸਤੇ, ਠੀਕ ਆ, ਥਰਸਟ, ਸ਼ੈਲਟਰ, ਸਲੀਪ ਆਰ ਸਮ ਐਗਜ਼ਾਮਪਲ ਆਫ ਦੀਜ਼ ਨੀਡ। ਅਗਰ ਪੀਪਲ ਨੂੰ ਹੰਗਰ ਮਤਲਬ ਆਪਣੀ ਹੰਗਰਨੈਸ ਮਿਟਾਉਣ ਵਾਸਤੇ ਫੂਡ ਦੀ ਜ਼ਰੂਰਤ ਆ, ਥਰਸਟ ਮਿਟਾਉਣ ਵਾਸਤੇ ਵਾਟਰ ਦੀ ਜ਼ਰੂਰਤ ਆ, ਮਤਲਬ ਉਹਨੂੰ ਸਲੀਪ ਵਾਸਤੇ ਸ਼ੈਲਟਰ ਦੀ ਜ਼ਰੂਰਤ ਆ ਅਤੇ ਉਹਨੂੰ ਪਹਿਨਣ ਵਾਸਤੇ ਕਲੋਥ ਦੀ ਜ਼ਰੂਰਤ ਹੈ। ਦੈਟ ਆਰ ਦਾ ਬੇਸਿਕ ਨੀਡ ਆਫ ਐਵਰੀ ਹਿਊਮਨ ਬੀਇੰਗ। ਅਗਰ ਇਹ ਫੁੱਲਫਿਲ ਰਹੇਗੀ ਤਾਂ ਹਿਊਮਨ ਬੀਇੰਗ ਜਿਹੜਾ ਆ ਉਹ ਆਪਣੀ ਕੁਛ ਸੈਟਿਸਫੈਕਸ਼ਨ ਜਿਹੜੀ ਕੁਛ ਮੋਟੀਵੇਟ ਰਹੇਗਾ ਕਿ ਮੇਰੀਆਂ ਇਹ ਚੀਜ਼ਾਂ ਪੂਰੀਆਂ ਹੁੰਦੀਆਂ ਨੇ, ਇਹ ਨੀਡਸ ਪੂਰੀਆਂ ਹੋ ਰਹੀਆਂ ਨੇ ਅਤੇ ਮੈਂ ਵਰਕ ਕਰਨਾ ਆ। So we also say that employee develop these needs for their survival, that is why they are at the top in the sequence। एक ह्यूमन बीइंग ਦੀ ਸਰਵਾਈਵਲ ਵਾਸਤੇ ਜ਼ਰੂਰੀ ਨੇ ਫੂਡ, ਵਾਟਰ, ਸ਼ੈਲਟਰ ਐਂਡ ਕਲੋਥਿੰਗ, ਐਂਡ ਇਸੇ ਕਰਕੇ ਅਸੀਂ ਇਹਨੂੰ ਸੀਕੁਐਂਸ ਦੇ ਸਭ ਤੋਂ ਬੇਸਿਕ ਟੌਪ ਦੇ ਉੱਪਰ ਰੱਖਿਆ ਹੋਇਆ ਆ ਸੋ ਦੈਟ ਕਿ ਉਹਨਾਂ ਦੀਆਂ ਨੀਡਸ ਨੂੰ
ਉਹਨਾਂ ਦੀਆਂ ਫਿਜ਼ੀਓਲੋਜੀਕਲ ਨੀਡਸ ਜਿਹੜੀਆਂ ਕਿ ਇੱਕ ਦਿਨ ਵਾਸਤੇ ਜੀਵਨ ਵਾਸਤੇ ਜੀਣ ਵਾਸਤੇ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ। ਓਕੇ, these needs can be satisfied when the monetary incentives are offered by the employee। ਤੇ ਉਦੋਂ ਹੀ ਸੈਟੀਸਫਾਈਡ ਹੋਣੀਆਂ ਜਦੋਂ ਇੰਪਲੋਈ ਨੂੰ ਮੋਨੇਟਰੀ ਇਨਸੈਂਟਿਵਸ ਮਿਲਦੇ ਹੋਣਗੇ, ਜਦੋਂ ਉਹਨੂੰ ਸੈਲਰੀ ਮਿਲਦੀ ਹੋਏਗੀ, ਵੇਜਿਸ ਮਿਲਦੀਆਂ ਹੋਣਗੀਆਂ, ਅਤੇ ਇਹ ਆਟੋਮੈਟਿਕਲੀ ਨੀਡਸ ਜਿਹੜੀਆਂ ਆ ਉਹ ਕੰਪਲੀਟ ਹੁੰਦੀਆਂ ਰਹਿਣਗੀਆਂ। ਨੈਕਸਟ ਨੀਡ that is a safety and security need। safety and security need ਬੇਟੇ ਜਦੋਂ ਅਸੀਂ ਇੱਕ ਪਰਸਨ ਦੀਆਂ ਫਸਟ ਨੀਡ ਉਹਨਾਂ ਦੀ ਹੁੰਦੀ ਹੈ ਜਦੋਂ ਉਹਨਾਂ ਕੋਲ ਮਨੀ ਘੱਟ ਹੁੰਦੀ ਹੈ ਅਤੇ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਕਿ ਸਾਨੂੰ ਰੋਟੀ ਕੱਪੜਾ ਅਤੇ ਸ਼ੈਲਟਰ ਜਿਹੜਾ ਆ ਉਹ ਮਿਲਦਾ ਰਹੇ ਸੋ ਦੈਟ ਅਸੀਂ ਮਤਲਬ ਸਰਵਾਈਵ ਕਰਦੇ ਰਹੀਏ। ਸੈਕਿੰਡ ਨੀਡ ਹੁੰਦੀ ਹੈ ਦੈਟ ਆਰ ਸੇਫਟੀ ਐਂਡ ਸਿਕਿਉਰਿਟੀ। ਜਦੋਂ ਉਹਨਾਂ ਕੋਲ ਥੋੜ੍ਹੀ ਮਨੀ ਜ਼ਿਆਦਾ ਹੁੰਦੀ ਆ ਤਾਂ ਉਹ ਕੀ ਸੋਚਦੇ ਨੇ ਕਿ ਉਹਨਾਂ ਦੀ ਸੇਫਟੀ ਵੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਸਿਕਿਉਰ ਵੀ, ਉਹਨਾਂ ਦੀ ਜੋਬ ਵੀ ਸਿਕਿਉਰ ਹੋਣੀ ਚਾਹੀਦੀ ਆ। ਓਕੇ, ਥੀਸ ਨੀਡ ਪ੍ਰੋਵਾਈਡ ਸਿਕਿਉਰਿਟੀ ਐਂਡ ਪ੍ਰੋਟੈਕਸ਼ਨ ਫਰੋਮ ਫਿਜ਼ੀਕਲ ਐਂਡ ਇਮੋਸ਼ਨਲ ਹਾਰਮ। ਐਗਜ਼ਾਮਪਲ ਜੋਬ ਸਿਕਿਉਰਿਟੀ, ਸਟੇਬਿਲਿਟੀ ਆਫ ਇਨਕਮ, ਪੈਨਸ਼ਨ ਪਲਾਨ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਜੋਬ ਸਿਕਿਉਰ ਹੈ ਅਤੇ ਇੰਨੀ ਮਨੀ ਜਿਹੜੀ ਸਾਨੂੰ ਮਿਲਦੀ ਹੀ ਰਹੇਗੀ, ਇੰਨੀ ਇਨਕਮ, ਸਟੇਬਿਲਿਟੀ ਆਫ ਇਨਕਮ ਕਿ ਦੈਟ ਮਚ ਇਨਕਮ ਜਿਹੜੀ ਹੈਗੀ ਉਹ ਸਾਨੂੰ ਮਿਲਦੀ ਹੀ ਰਹੇਗੀ, ਸਟੇਬਲ ਰਹੇਗੀ। ਦੈਨ ਪੈਨਸ਼ਨ ਪਲਾਨ, ਅਗਰ ਉਹਨਾਂ ਦਾ ਪੈਨਸ਼ਨ ਪਲਾਨ ਦੇ ਵਿੱਚ ਨਾਮ ਦਿੱਤਾ ਹੋਏਗਾ ਤਾਂ ਆਫਟਰ ਜੋਬ ਉਹਨਾਂ ਨੂੰ ਪੈਨਸ਼ਨ ਵੀ ਮਿਲੇਗੀ। ਸੋ ਬੇਟੇ once the present day physiological need are fulfilled, then the people start thinking about their future as they want to secure their future for making sure that in future also they continue to safety their ਫਿਜ਼ੀਓਲੋਜੀਕਲ ਨੀਡ। ਉਹ ਆਪਣੀ ਜੋਬ ਤੋਂ ਇਹ ਨੀਡ, ਆਪਣੀ ਜੋਬ ਤੋਂ ਇਹ ਸੈਟਿਸਫੈਕਸ਼ਨ ਮੰਗਦੇ ਨੇ ਕਿ ਉਹਨਾਂ ਦਾ ਆਉਣ ਵਾਲਾ ਫਿਊਚਰ ਜਦੋਂ ਉਹ ਬੈਠ ਜਾਣ ਘਰ 'ਚ, ਜਦੋਂ ਉਹ ਕੰਮ ਕਰਨ ਦੇ ਲਾਇਕ ਨਾ ਰਹਿਣ ਅਤੇ ਉਹਨਾਂ ਦੀਆਂ ਉਦੋਂ ਵੀ ਫਿਜ਼ੀਓਲੋਜੀਕਲ ਨੀਡਸ ਜਿਹੜੀਆਂ ਆ ਉਹ ਕੰਪਲੀਟ ਹੁੰਦੀਆਂ ਰਹਿਣ। ਦੈਟ ਆਰ ਕਾਲਡ ਸੇਫਟੀ ਐਂਡ ਸਿਕਿਉਰਿਟੀ ਨੀਡ। ਮਤਲਬ ਜਦੋਂ ਇੱਕ ਵਾਰੀ ਉਹਨਾਂ ਦੀਆਂ ਫਿਜ਼ੀਓਲੋਜੀਕਲ ਨੀਡਸ ਕੰਪਲੀਟ ਹੋ ਰਹੀਆਂ ਨੇ ਦੈਨ ਉਹਨਾਂ ਕੋਲ ਇੰਨੀ ਕੁ ਮਨੀ ਹੋਣੀ ਚਾਹੀਦੀ ਹੈ ਕਿ ਆਪਣਾ ਫਿਊਚਰ ਸਿਕਿਉਰ ਕਰ ਸਕਣ, ਪੈਨਸ਼ਨ ਸਕੀਮ ਵਿੱਚ ਮਨੀ ਡਿਪੋਜ਼ਿਟ ਕਰਵਾ ਸਕਣ। ਓਕੇ, ਅਤੇ ਈਵਨ ਉਹਨਾਂ ਨੂੰ ਇਹ ਪਤਾ ਹੋਵੇ ਕਿ ਸਾਡੀ ਜੋਬ ਪ੍ਰੋਟੈਕਟ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਜੋਬ ਲੱਭਣ ਦੀ ਜ਼ਰੂਰਤ ਨਹੀਂ ਹੋਏਗੀ। ਸਾਡੀ ਜਿੰਨੀ ਇਨਕਮ ਲੱਗੀ ਹੋਈ ਹੈ ਦੈਟ ਆਰ ਸਟੇਬਲ, ਸਾਨੂੰ ਇਨਕਮ ਕਿਤੇ ਹੋਰ ਅਰਨ ਕਰਨ ਦੀ ਜ਼ਰੂਰਤ ਨਹੀਂ ਪਏਗੀ। ਓਕੇ, ਸੋ ਇਸ ਸੇਫਟੀ ਐਂਡ ਸਿਕਿਉਰਿਟੀ ਦੇ ਅੰਦਰ ਵੀ ਟੂ ਕੈਟਾਗਰੀਜ਼ ਆਉਂਦੀਆਂ ਨੇ। ਫਸਟ ਇਜ਼ ਆ ਫਿਜ਼ੀਕਲ ਸਿਕਿਉਰਿਟੀ ਐਂਡ ਸੈਕਿੰਡ ਇਜ਼ ਆ ਇਕਨੋਮਿਕ ਸਿਕਿਉਰਿਟੀ। ਫਿਜ਼ੀਕਲ ਸਿਕਿਉਰਿਟੀ ਕਿ ਅਗਰ ਕੋਈ ਇੰਪਲੋਈ ਇਲ ਹੋ ਜਾਂਦਾ ਹੈ ਜਾਂ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਉਹਦੇ ਘਰ 'ਚ ਕੋਈ ਪ੍ਰੋਬਲਮ ਹੋ ਜਾਂਦੀ ਆ, ਓਕੇ, ਤਾਂ ਉਹਨੂੰ ਇੰਨਾ ਹੋਣਾ ਚਾਹੀਦਾ ਕਿ ਮੇਰੀ ਜੋਬ ਸਿਕਿਉਰ ਐਂਡ ਮੈਂ ਉਸ ਚੀਜ਼ ਨੂੰ ਫੁਲਫਿਲ ਕਰ ਪਾਵਾਂਗਾ। ਓਕੇ, ਅਤੇ ਇਕਨੋਮਿਕ ਸਿਕਿਉਰਿਟੀ ਕਿ ਉਹਦੇ ਕੋਲ ਸਫੀਸ਼ੀਐਂਟ ਫੰਡ ਹੋਣੇ ਚਾਹੀਦੇ ਆ ਸੋ ਦੈਟ ਉਹ ਫਿਊਚਰ ਨੂੰ ਦੀਆਂ ਨੀਡਸ ਨੂੰ ਵੀ ਕੰਪਲੀਟ ਕਰ ਸਕੇ। ਸੋ ਸੈਕਿੰਡ ਦੈਟ ਇਜ਼ ਆ ਥਰਡ ਦੈਟ ਇਜ਼ ਆ ਐਫੀਲੀਏਸ਼ਨ ਬਿਲੋਂਗਿੰਗ ਨੀਡਸ, ਜਿਹਨੂੰ ਅਸੀਂ ਕਹਿੰਦੇ ਹਾਂ ਸੋਸ਼ਲ ਨੀਡ, ਐਫੀਲੀਏਸ਼ਨ ਐਂਡ ਬਿਲੋਂਗਿੰਗ ਨੀਡਸ। ਮਤਲਬ ਇਹਨਾਂ ਚੀਜ਼ਾਂ ਦੇ ਮਨੀ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹਨਾਂ ਦੇ ਜਿਹੜੇ ਕੋ ਵਰਕਰਸ ਨੇ, ਉਹਨਾਂ ਦੇ ਜਿਹੜੇ ਕੁਲੀਗਸ ਨੇ, ਉਹਨਾਂ ਦੇ ਨਾਲ ਉਹਨਾਂ ਦਾ ਰਿਲੇਸ਼ਨ ਇੰਨਾ ਕੁ ਵਧੀਆ ਹੋਵੇ ਕਿ ਉਹਨਾਂ ਨੂੰ ਹਰ ਵੇਲੇ ਲੱਗੇ ਕਿ ਕੋਈ ਮੇਰੇ ਨਾਲ ਭੇਦਭਾਵ ਨਹੀਂ ਕਰਦਾ। ਉਹਨਾਂ ਕੋਲ ਲਵ, ਇਫੈਕਸ਼ਨ, ਕੰਪੇਨੀਅਨਨੈਸ, ਫਰੈਂਡਸ਼ਿਪ ਹੋਣ ਸੋ ਦੈਟ ਉਹ ਸੈਟਿਸਫਾਈਡ ਹੋਣ ਆਪਣੇ ਵਰਕ ਤੋਂ ਕਿ ਉਹ ਵਰਕ ਕਰਦੇ ਪਏ ਨੇ ਜਿੱਥੇ ਉਹਨਾਂ ਨੂੰ ਫਰੈਂਡਲੀ ਇਨਵਾਇਰਮੈਂਟ ਮਿਲਦਾ ਪਿਆ ਆ। ਓਕੇ, these needs refer to affection, sense of belongingness, acceptance and friendship ਕਿ ਹਰ ਇੱਕ ਪੀਪਲ ਇੱਕ ਦੂਜੇ ਨਾਲ ਵਧੀਆ ਤਰੀਕੇ ਨਾਲ ਰਵੇ, ਹਰ ਇੱਕ ਪਰਸਨ ਨੂੰ ਕੰਮ ਕਰਨ ਨੂੰ ਵੀ ਦਿਲ ਕਰੇ। ਓਕੇ, ਅਤੇ ਉਹਨਾਂ ਨੂੰ ਪਤਾ ਹੋਵੇ ਕਿ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਇੱਕ ਫਰੈਂਡਲੀ ਸਰਕਲ ਹੈਗਾ ਆ, ਫਰੈਂਡਲੀ ਮਾਹੌਲ ਹੈਗਾ ਆ ਕਿ ਅਸੀਂ ਉਹਨੂੰ ਪ੍ਰੋਪਰ ਵੇ ਦੇ ਨਾਲ। ਇਹ ਵੀ ਨੀਡ ਹੈ ਬੇਟੇ ਇੱਕ ਪੀਪਲਸ ਦੀ ਕਿ ਉਹਨਾਂ ਨੂੰ ਹਰ ਜਗ੍ਹਾ 'ਤੇ ਇੱਕ ਟੀਮ ਵਰਕ, ਇੱਕ ਕੋਆਰਡੀਨੇਟਲੀ ਸਪਿਰਿਟ ਜਿਹੜੀ ਉਹ ਚਾਹੀਦੀ ਹੁੰਦੀ ਆ। It means the need of all love, affection, companionship, friendship. Once the people satisfy their physiological and safety need, then the social need become more active.
ਦੋ ਨੀਡਸ ਪੂਰੀਆਂ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਐਕਟਿਵ ਹੁੰਦੀ ਹੈ ਸੋਸ਼ਲ ਨੀਡ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਮੈਨੇਜਰ ਆ ਉਹ ਸਾਡੇ ਨਾਲ ਟੀਮ ਵਰਕ ਕਰਦਾ ਪਿਆ ਆ, ਫਾਰਮਲ ਅਤੇ ਇਨਫਾਰਮਲ ਦੋਨੋਂ ਵੇਜ਼ ਦੇ ਨਾਲ ਉਹ ਵਰਕ ਕਰੇ, ਈਵਨ ਉਹਨਾਂ ਦਾ ਸੋਸ਼ਲ ਰਿਲੇਸ਼ਨਸ਼ਿਪ ਜਿਹੜਾ ਆ ਉਹ ਵਧੀਆ ਬਣਿਆ ਰਵੇ, ਸੋ ਦੈਟ ਉਹਨਾਂ ਦਾ ਵਰਕ ਕਰਨ ਨੂੰ, ਜੋਬ 'ਤੇ ਆਉਣ ਨੂੰ ਵੀ ਦਿਲ ਕਰੇ। ਨੈਕਸਟ ਨੀਡ ਦੇਟ ਇਜ਼ ਅ ਸਟੀਮ ਨੀਡ। esteem need belongs to the respect, autonomy, status, recognition and attention, ਕਿ ਕੋਈ ਪਰਸਨ ਉਹਨਾਂ ਦੇ ਵਰਕ ਦੇ ਉੱਤੇ ਅਟੈਂਸ਼ਨ ਕ੍ਰੀਏਟ ਕਰਦਾ ਪਿਆ ਆ, ਕੋਈ ਵਰਕ ਕੋਈ ਮੈਨੇਜਰ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਰਿਸਪੈਕਟ ਪ੍ਰੋਵਾਈਡ ਕਰਵਾਉਂਦਾ ਪਿਆ, ਆਰਗੇਨਾਈਜੇਸ਼ਨ ਦੇ ਵਿੱਚ ਉਹਨਾਂ ਦੀ ਰਿਸਪੈਕਟ ਹੈਗੀ ਆ, ਉਹਨਾਂ ਨੂੰ ਹਰ ਕੋਈ ਜਾਣਦਾ ਹੈ, ਰਿਕੋਗਨੀਸ਼ਨ ਹੈਗੀ ਆ। ਦੇਟ ਆਰ ਦਾ esteem ਨੀਡ, ਕਿ ਪਰਸਨ ਨੂੰ ਆਪਣਾ ਸਟੇਟਸ ਵੀ ਚਾਹੀਦਾ, ਅਗਰ ਉਹਨੇ ਕੋਈ ਅਚੀਵਮੈਂਟ ਲਈ ਆ ਅਤੇ ਉਹਦਾ ਨਾਮ ਹੋਣਾ ਚਾਹੀਦਾ ਹੈ, ਉਹਦਾ ਸਟੇਟਸ ਹੋਣਾ ਚਾਹੀਦਾ ਕਿ ਇਹ ਪੀਪਲ ਜਿਹੜਾ ਆ ਇਹਨੇ ਬਹੁਤ ਵਧੀਆ ਕੰਮ ਕੀਤਾ। ਈਵਨ ਉਹਨੂੰ ਮੋਨੇਟਰੀ ਐਂਡ ਨਾਨ ਮੋਨੇਟਰੀ ਦੋਨੋਂ ਇਨਸੈਂਟਿਵਸ ਜਿਹੜੇ ਆ ਪ੍ਰੋਵਾਈਡ ਕਰਵਾਉਣੇ ਚਾਹੀਦੇ ਆ। ਮੋਨੇਟਰੀ ਇਨਸੈਂਟਿਵਸ ਕਿ ਉਹਨੂੰ ਸੈਲਰੀ ਦਿਓ, ਸੈਲਰੀ ਦੇ ਨਾਲ ਉਹਨੂੰ ਬੋਨਸ ਦਿਓ, ਵੇਜਿਸ ਦਿਓ, ਬਟ ਨਾਨ ਮੋਨੇਟਰੀ ਇਨਸੈਂਟਿਵਸ ਕਿਹੜੇ ਹੁੰਦੇ ਆ ਜਿਹਦੇ ਵਿੱਚ ਅਸੀਂ ਵਰਕਰ ਦੀ ਪਰਫੋਰਮੈਂਸ ਨੂੰ ਦੇਖਦੇ ਹੋਏ ਉਹਨੂੰ ਪ੍ਰਮੋਸ਼ਨ ਦਿੰਦੇ ਆ, ਉਹਨੂੰ ਵਨ ਪਲੇਸ ਟੂ ਅਨਦਰ ਪਲੇਸ, ਹਾਇਰ ਪਲੇਸ ਦੇ ਉੱਪਰ ਟ੍ਰਾਂਸਫਰ ਦਿੰਦੇ ਆ, ਦੈਟ ਆਰ ਕਾਲਡ esteem need. These needs are related to the respect and recognition. When the above three needs are satisfied, then people start demanding respect for themselves in a group. This need is more common in higher level employee. Esteem need can be satisfied through non-monetary incentives. Esteem need monetary incentives ਦੇ ਨਾਲ ਕੰਪਲੀਟ ਹੁੰਦੀ ਹੈ, but they still satisfied with non-monetary incentive, so that the respect and recognition are still maintained in the organization. Okay, so status ਜਿਹੜਾ ਆ ਉਹ ਬਣਨਾ ਚਾਹੀਦਾ ਆ। And the last that are self actualization need. Self actualization need ਮਤਲਬ ਕਿ ਪਰਸਨ ਨੂੰ ਆਪਣੇ ਆਪ ਦੇ ਵਿੱਚ ਮੋਰ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ ਕਿ ਮੈਂ ਜੋ ਕਰ ਰਿਹਾ ਆ ਨਾ, ਦੈਟ ਆਰ ਗੁੱਡ, ਜੋ ਮੈਂ ਕੀਤਾ ਆ ਉਹ ਵਧੀਆ ਕੀਤਾ ਅਤੇ ਮੈਂ ਹੋਰ ਇਸੇ ਤਰੀਕੇ ਨਾਲ ਹੀ ਵਰਕ ਕਰਨਾ ਆ, ਦੈਟ ਆਈ ਐਮ ਸੈਟਿਸਫਾਈਡ ਵਿਦ ਮਾਈ ਓਨ ਵਰਕ। ਸੋ it is the highest level of need in the hierarchy. It refers to the drive to become what one is capable of becoming. These needs include growth, self-fulfillment and achievement of goal. ਇਹ ਨੀਡ ਹੁੰਦੀ ਹੈ ਜਦੋਂ ਪਰਸਨ ਆਪਣਾ ਗੋਲ ਜਿਹੜਾ ਉਹਨੂੰ ਅਚੀਵ ਕਰ ਲੈਂਦਾ ਹੈ ਅਤੇ ਉਹਨੂੰ ਲੱਗਦਾ ਹੈ ਕਿ ਮੈਂ ਆਪਣਾ ਕੰਮ ਕਰ ਲਿੱਤਾ ਅਤੇ ਮੈਂ ਕਰ ਸਕਦਾ ਹਾਂ। This needs refer to realizing or reaching to the aim of your life. Once the employee become what he wants to become, it means satisfied of his actual need. ਜਦੋਂ ਪਰਸਨ ਉਹ ਬਣ ਜਾਂਦਾ ਹੈ ਜੋ ਉਹਨੇ ਸੋਚਿਆ ਸੀਗਾ ਅਤੇ ਉਹਦਾ ਮਤਲਬ ਕਿ ਉਹਦੇ ਆਪਣੀ ਸੈਲਫ ਫੁਲਫਿਲਮੈਂਟ ਜਿਹੜੀ ਆ ਉਹ ਆ ਜਾਂਦੀ ਹੈ, ਉਹਦੀ ਸੈਟਿਸਫੈਕਸ਼ਨ ਜਿਹੜੀ ਹੋਰ ਇਨਕਰੀਜ਼ ਹੋ ਜਾਂਦੀ ਆ ਅਤੇ ਉਹਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਆਪਣਾ ਵਰਕ ਜਿਹੜਾ ਪ੍ਰੋਪਰ ਵੇ ਦੇ ਨਾਲ ਕਰ ਪਾਵਾਂਗਾ। ਸੋ ਬੇਟੇ ਦੇਟ ਆਰ ਦਾ 5 ਨੀਡ ਆਫ ਹਾਇਰਾਰਕੀ ਮਾਰਸ਼ਲ ਥਿਓਰੀ, ਜਿਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਹਿਊਮਨ ਬੀਇੰਗ ਨੂੰ ਇਹ 5 ਨੀਡਸ ਦੀ ਜ਼ਰੂਰਤ ਹੁੰਦੀ ਹੈ, ਸੋ ਦੈਟ ਦੇ ਕੈਨ ਅਚੀਵ ਦਾ ਟਾਰਗੇਟ ਆਫ ਆਰਗੇਨਾਈਜੇਸ਼ਨ, ਈਵਨ ਅਚੀਵ ਦਾ ਟਾਰਗੇਟ ਆਫ ਦੇਅਰ ਸੈਲਫ। ਓਕੇ, ਸੋ ਦਿਸ ਇਜ਼ ਦਾ ਐਗਜ਼ਾਮਪਲ ਜਿਹਦੇ ਵਿੱਚ ਬੇਟੇ ਅਸੀਂ ਵੇਖਾਂਗੇ ਦੈਟ ਆਰ ਬੇਸਿਕ ਫਿਜ਼ੀਓਲੋਜੀਕਲ ਨੀਡ ਦੇ ਵਿੱਚ ਇੰਡੀਵਿਜੂਅਲ ਦੀ ਹੰਗਰ ਨੂੰ ਕੰਪਲੀਟ ਕੀਤਾ ਜਾਂਦਾ ਆ, ਬਟ ਆਰਗੇਨਾਈਜੇਸ਼ਨ ਉਹਨਾਂ ਦੀ ਫਿਜ਼ੀਓਲੋਜੀਕਲ ਨੀਡ ਕਿਵੇਂ ਕੰਪਲੀਟ ਕਰ ਸਕਦੀ ਹੈ, ਉਹਨੂੰ ਬੇਸਿਕ ਸੈਲਰੀ ਦੇ ਕੇ। ਸੈਕਿੰਡ, ਸੇਫਟੀ ਐਂਡ ਸਿਕਿਉਰਿਟੀ ਨੀਡ, ਜਿਹਦੇ ਵਿੱਚ ਇੰਡੀਵਿਜੂਅਲ ਸੋਚਦਾ ਕਿ ਮੇਰੀ ਇਨਕਮ ਸਟੇਬਲ ਰਹਿਣੀ ਚਾਹੀਦੀ ਹੈ ਅਤੇ ਆਰਗੇਨਾਈਜੇਸ਼ਨ ਉਹਨੂੰ ਕਿਵੇਂ ਸਟੇਬਲ ਕਰਦੀ ਹੈ ਇਨਕਮ, ਉਹਨੂੰ ਪੈਨਸ਼ਨ ਪਲਾਨ ਪ੍ਰੋਵਾਈਡ ਕਰਵਾ ਕੇ। ਦੈਨ ਐਫੀਲੀਏਸ਼ਨ ਬਿਲੋਂਗਿੰਗਨੈਸ ਨੀਡ, ਜਿਹਦੇ ਵਿੱਚ ਉਹ ਸੋਚਦਾ ਹੈ ਕਿ ਮੈਨੂੰ ਫਰੈਂਡਸ਼ਿਪ ਵੀ ਚਾਹੀਦੀ ਹੈ, ਸੋ ਆਰਗੇਨਾਈਜੇਸ਼ਨ ਉਹਨੂੰ ਕਿਵੇਂ ਪ੍ਰੋਵਾਈਡ ਕਰਵਾਉਂਦੀ ਹੈ, ਦੈਟ ਉਹ ਕੋਰਡੀਅਲ ਰਿਲੇਸ਼ਨਸ਼ਿਪ ਵਿਦ ਕੋਲੀਗਸ, ਮਤਲਬ ਉਹਨਾਂ ਦੇ ਨਾਲ ਇੰਡੀਵਿਜੂਅਲਸ ਦੇ ਨਾਲ ਉਹਨਾਂ ਦੀ ਬੇਸਿਕ ਜਿਹੜੀ ਆ ਇਨਫੋਰਮੇਸ਼ਨ ਬਣਾਈ ਰੱਖਦੇ ਆ। ਓਕੇ, ਸੋ ਦੈਨ esteem ਨੀਡ, ਜਿਹਦੇ ਵਿੱਚ ਪਰਸਨ ਸਟੇਟਸ ਚਾਹੁੰਦਾ ਹੈ, ਰਿਸਪੈਕਟ ਚਾਹੁੰਦਾ ਆ ਅਤੇ ਉਹਦੇ ਨਾਲ ਆਰਗੇਨਾਈਜੇਸ਼ਨ ਨੂੰ ਜੋਬ ਟਾਈਟਲ ਪ੍ਰੋਵਾਈਡ ਕਰਵਾਉਂਦੀ ਹੈ, ਦੈਟ ਆਰ ਦਾ ਮੈਨੇਜਰ, ਦੈਟ ਆਰ ਦਾ ਸੁਪੀਰੀਅਰ, ਸਬਆਰਡੀਨੇਟ। ਓਕੇ, ਸੋ ਲਾਸਟ ਦੈਟ ਇਜ਼ ਅ ਸੈਲਫ ਫੁਲਫਿਲਮੈਂਟਨੈਸ, ਉਹਦੇ ਵਿੱਚ ਆਰਗੇਨਾਈਜੇਸ਼ਨ ਦਾ ਗੋਲ ਜਿਹੜਾ ਹੈ ਉਹ ਅਚੀਵ ਹੋ ਜਾਂਦਾ ਆ, ਦੈਟ ਆਰ ਦਾ ਐਗਜ਼ਾਮਪਲ ਆਫ ਯੂਅਰ ਮਾਰਸ਼ਲ ਨੀਡ ਹਾਇਰਾਰਕੀ ਥਿਓਰੀ। ਓਕੇ, ਸੋ ਬੇਟੇ this is your today's topic.
ਸੋ ਇਹਦੇ ਰਿਗਾਰਡਿੰਗ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਕਿਸੇ ਵੀ ਟਾਈਮ WhatsApp ਤੇ ਪੁੱਛ ਸਕਦੇ ਹੋ ਬੇਟਾ ਜੀ, ਥਰੂ ਵੀਡੀਓ ਜਾਂ ਥਰੂ ਕਾਲ। ਓਕੇ, ਸੋ ਇਸ ਤੋਂ ਇਲਾਵਾ ਬੱਚੇ ਤੁਹਾਡੀ ਗੂਗਲ ਮੀਟ ਜਿਸ ਦਿਨ ਵੀ ਲੱਗੇਗੀ ਬਿਜ਼ਨਸ ਸਟੱਡੀ ਦੀ, ਉਸ ਗੂਗਲ ਮੀਟ ਦੇ ਵਿੱਚ ਤੁਹਾਡੇ ਕੋਲ ਤੁਹਾਡੀਆਂ ਪ੍ਰੋਬਲਮ ਸੁਣੀਆਂ ਜਾਣਗੀਆਂ। ਜਿਸ ਵੀ ਚੈਪਟਰ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੋਏਗੀ ਤੁਸੀਂ ਆਪਣੀ ਪ੍ਰੋਬਲਮ ਜਿਹੜੀਆਂ ਮੇਰੇ ਨਾਲ ਕਲੀਅਰ ਕਰ ਸਕਦੇ ਹੋ। ਥੈਂਕਸ ਐਂਡ ਹੈਵ ਅ ਨਾਈਸ ਡੇ।